ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਜੋ ਕਿ 1984 ਤੱਕ ਪੰਜਾਬ ਦੇ ਵਿੱਚ ਜਿਸ ਦਾ ਬਹੁਤ ਵੱਡੇ ਪੱਧਰ ਦੇ ਉੱਤੇ ਦਬਦਬਾ ਸੀ ਤੇ ਸਿੱਖ ਨੌਜਵਾਨਾਂ ਨੂੰ ਸੇਧ ਦੇਣ ਦਾ ਕੰਮ ਕਰਦੀ ਸੀ ਤੇ ਰਾਜਨੀਤਿਕ ਪਾਰਟੀਆਂ ਦੇ ਨਾਲੋਂ ਜ਼ਿਆਦਾ ਉਸ ਦਾ ਜਿਹੜਾ ਵਾ ਪ੍ਰਭਾਵ ਮੰਨਿਆ ਜਾਂਦਾ ਸੀ। ਸ਼ਹੀਦ ਭਾਈ ਅਮਰੀਕ ਸਿੰਘ ਉਹਨਾਂ ਦੇ ਭਤੀਜੇ ਭਾਈ ਕੰਵਰਚੰਦ ਸਿੰਘ ਇਸ ਵੇਲੇ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਨੂੰ ਮੁੜ ਤੋਂ ਸਰਜੀਤ ਕਰਨ ਦੇ ਯਤਨਾਂ ਦੇ ਤਹਿਤ ਉਹ ਵੱਖ-ਵੱਖ ਪਿੰਡਾਂ ਦੇ ਵਿੱਚ ਜਾ ਕੇ ਪ੍ਰਚਾਰ ਕਰ ਰਹੇ ਨੇ ਤਾਂ ਜੋ ਨੌਜਵਾਨੀ ਨੂੰ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਨਾਲ ਜਿਹੜਾ ਵਾ ਜੋੜਿਆ ਜਾ ਸਕੇ ਤੇ ਨਵੇਂ ਸਿਰੇ ਤੋਂ ਮੁੜ ਜਿਹੜਾ ਵਾ ਸਰਜੀਤ ਕਰਕੇ ਤੇ ਇਸ ਹਰਿਆਵਲ ਦਸਤੇ ਦੀ ਕੈਮੀ ਕੀਤੀ ਜਾ ਸਕੇ। ਉਹ ਅੱਜ ਪਹੁੰਚੇ ਨੇ ਅਮਰ ਸ਼ਹੀਦ ਭਾਈ ਤਾਰੂ ਸਿੰਘ ਪੂਲਾ ਜੀ ਦੇ ਨਗਰ ਤੇ ਉਹਨਾਂ ਦੇ ਜਨਮ ਸਥਾਨ ਗੁਰਦੁਆਰਾ ਸ਼ਹੀਦ ਭਾਈ ਤਾਰੂ ਸਿੰਘ ਪੂਲਾ ਵਿਖੇ, ਜਿੱਥੇ ਉਹਨਾਂ ਨੇ ਨੌਜਵਾਨਾਂ ਨੂੰ ਜਿਹੜਾ ਵਾ ਉਹ ਸੰਦੇਸ਼ ਦਿੱਤਾ ਹੈ ਤੇ ਫੈਡਰੇਸ਼ਨ ਦੇ ਨਾਲ ਜੁੜਨ ਦੇ ਉਹਨਾਂ ਨੇ ਅਪੀਲ ਕੀਤੀ ਆ। ਸਾਡੇ ਨਾਲ ਨੇ ਇਸ ਵਕਤ ਭਾਈ ਕੰਵਰਚੰਦ ਸਿੰਘ, ਉਹਨਾਂ ਨਾਲ ਗੱਲਬਾਤ ਕਰਦੇ ਆ ਤੇ ਜਾਣਦੇ ਆ ਕਿ ਉਹਨਾਂ ਦਾ ਕੀ ਮਕਸਦ ਆ। ਭਾਈ ਸਾਹਿਬ, ਗਰਾਊਂਡ ਰਿਪੋਰਟ ਟੀਵੀ ਨਿਊਜ਼ ਇੰਡੀਆ ਵਿੱਚ ਪਹਿਲਾਂ ਤੁਹਾਡਾ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ, ਜਿਹੜੀ ਫੈਡਰੇਸ਼ਨ ਆ ਉਹਨੂੰ ਮੁੜ ਸਰਜੀਤ ਕਰਨ ਦਾ ਤੁਸੀਂ ਬੀੜਾ ਚੁੱਕਿਆ ਹੈ ਨਵੇਂ ਸਿਰਿਓਂ, ਕੀ ਯਤਨ ਕੀਤੇ ਜਾ ਰਹੇ ਆ ਜਿਹੜੇ ਤੁਹਾਡੇ ਵੱਲੋਂ? ਸਭ ਤੋਂ ਪਹਿਲਾਂ ਤਾਂ ਜੀ ਜਿਹੜਾ ਯੂਥ ਹੈ ਕਿਤੇ ਨਾ ਕਿਤੇ ਆਪਾਂ ਵੇਖਦੇ ਹਾਂ ਤਾਂ ਦਿਸ਼ਾਹੀਨ ਹੁੰਦਾ ਫਿਰ ਰਿਹਾ ਤੇ ਯੂਥ ਨੂੰ ਹੀ ਜਿਹੜਾ ਉਹ ਫਿਰ ਤੋਂ ਆਪਣੇ ਵਿਰਸੇ ਨਾਲ ਜੋੜਨਾ, ਇਤਿਹਾਸ ਨਾਲ ਜੋੜਨਾ, ਬਾਣੀ ਤੇ ਬਾਣੇ ਦੇ ਨਾਲ ਜਿਹੜਾ ਪਿਆਰ ਵਿੱਚੋਂ ਪ੍ਰਗਟ ਕਰਨਾ, ਇਹੀ ਸਭ ਤੋਂ ਪਹਿਲਾ ਜਿਹੜਾ ਮੁੱਖ ਮੰਤਵ ਦੇ ਵਿੱਚ ਸਾਡੇ ਆਉਂਦਾ ਹੈ ਤੇ ਆਪਣੇ ਹੱਕਾਂ ਤੋਂ ਜਾਣੂ ਕਰਾਉਣਾ। ਕਿਉਂਕਿ ਮੈਂ ਮੰਨਦਾ ਜਦ ਤੱਕ ਸਾਨੂੰ ਸਾਡਾ ਇਤਿਹਾਸ ਨਹੀਂ ਪਤਾ ਹੋਏਗਾ ਤਦ ਤੱਕ ਆਪਾਂ ਆਪਣੇ ਹੱਕਾਂ ਤੋਂ ਜਾਣੂ ਨਹੀਂ ਹੋ ਸਕਾਂਗੇ ਤੇ ਆਪਣੇ ਹੱਕਾਂ ਦੀ ਆਵਾਜ਼ ਬੁਲੰਦ ਨਹੀਂ ਕਰ ਸਕਾਂਗੇ। ਤੇ ਇਹੀ ਸੇਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਨੇ ਭਾਈ ਸਾਹਿਬ ਭਾਈ ਅਮਰੀਕ ਸਿੰਘ ਜੀ ਦੀ ਅਗਵਾਈ ਦੇ ਵਿੱਚ, ਜਦੋਂ ਐਂਟੀ ਸਿੱਖ ਵੇਵ ਦਾ ਬਹੁਤ ਵੱਡਾ ਪ੍ਰਭਾਵ ਸੀ, ਉਦੋਂ ਇਹ ਸੇਵਾ ਨਿਭਾਉਂਦਿਆਂ ਹੋਇਆਂ ਉਹਨਾਂ ਨੇ ਸਿੱਖੀ ਦਾ ਪ੍ਰਚਾਰ ਕੀਤਾ ਤੇ ਦਾੜੀ ਕੇਸ ਰੱਖਣ ਨੂੰ, ਇੱਕ ਐਸਾ ਦੌਰ ਆ ਗਿਆ ਸੀਗਾ ਕਿ ਦਾੜੀ ਕੇਸ ਰੱਖਣ ਨੂੰ ਤੇ ਸਿਰ ਤੇ ਦਸਤਾਰ ਸਜਾਉਣ ਨੂੰ ਆਪਣਾ ਮਾਣ ਜਿਹੜਾ ਨੌਜਵਾਨ ਉਹ ਸਮਝਿਆ ਕਰਦੇ ਸੀ। ਤੇ ਇੱਕ ਐਸਾ ਵੀ ਸਮਾਂ ਆਇਆ ਜਦੋਂ ਇਹ ਲਹਿਰ ਆਪਣੀ ਚਰਮ ਸੀਮਾ ਤੇ ਚੱਲ ਗਈ ਤੇ ਬਾਜ਼ਾਰਾਂ ਵਿੱਚੋਂ ਕੇਸਰੀ ਦਸਤਾਰਾਂ ਹੀ ਖਤਮ ਹੋ ਗਈਆਂ ਸੀ। ਇੰਨਾ ਵੱਡਾ ਉਤਸ਼ਾਹ ਜਿਹੜਾ ਉਹ ਨੌਜਵਾਨਾਂ ਦੇ ਵਿੱਚ ਵੇਖਣ ਨੂੰ ਮਿਲਦਾ ਸੀ। ਸੋ ਸ਼ਹੀਦਾਂ ਵਰਗਾ ਤਾਂ ਕੋਈ ਹੋ ਨਹੀਂ ਸਕਦਾ, ਪਰ ਉਹਨਾਂ ਦੇ ਪਾਏ ਪੂਰਨਿਆਂ ਤੇ ਅਸੀਂ ਜਿਹੜਾ ਚੱਲਣ ਦਾ ਜ਼ਰੂਰ ਯਤਨ ਕਰ ਸਕਦੇ ਹਾਂ ਤੇ ਅਸੀਂ ਜ਼ਰੂਰ ਕਰਾਂਗੇ। ਭਾਈ ਸਾਹਿਬ, ਕੋਈ ਸਮਾਂ ਸੀ ਜਿਸ ਵੇਲੇ ਤੁਸੀਂ ਗੱਲ ਕਰ ਰਹੇ ਜੇ, ਉਸ ਵੇਲੇ ਸਕੂਲਾਂ ਕਾਲਜਾਂ ਦੇ ਵਿੱਚ ਜਿਹੜਾ ਆ ਪੂਰੀ ਮਜ਼ਬੂਤੀ ਦੇ ਨਾਲ ਫੈਡਰੇਸ਼ਨ ਦੀ ਪਕੜ ਬਣ ਚੁੱਕੀ ਸੀ ਤੇ ਹਰੇਕ ਨੌਜਵਾਨ ਜਿਹੜਾ ਵਾ ਉਹ ਇਸ ਦੇ ਨਾਲ ਜੁੜਨਾ ਜਿਹੜਾ ਆਪਣਾ ਸੁਭਾਗ ਸਮਝਦਾ ਸੀ। ਕੀ ਤੁਸੀਂ ਹੁਣ ਇਸ ਤੋਂ ਇਲਾਵਾ ਪਿੰਡਾਂ ਤੋਂ ਇਲਾਵਾ ਜਿਹੜਾ ਸਕੂਲਾਂ ਕਾਲਜਾਂ ਦੇ ਵਿੱਚ ਵੀ ਕੋਈ ਮੁਹਿੰਮ ਚਲਾਓਗੇ ਤਾਂ ਜੋ ਜਿਹੜੇ ਸਾਡੇ ਸਕੂਲਾਂ ਕਾਲਜਾਂ ਦੇ ਵਿੱਚ ਪੜ੍ਹ ਰਹੇ ਨੌਜਵਾਨ ਨੇ ਤੇ ਵਿਦਿਆਰਥੀ ਨੇ ਉਹ ਇਸ ਦੇ ਨਾਲ ਜਿਹੜਾ ਆ ਜੁੜ ਸਕਣ? ਵੇਖੋ ਜੀ, ਹੁਣੇ ਪਹਿਲਾ ਕਦਮ ਪੁੱਟਿਆ ਹੈ ਕਿਉਂਕਿ ਹਰ ਚੀਜ਼ ਦੀ ਸ਼ੁਰੂਆਤ ਜਿਹੜੀ ਹੈ ਉਹ ਨਿੱਕੀ ਹੁੰਦੀ ਹੈ ਤੇ ਉਸ ਤੋਂ ਗਾਂਹ ਬਿਲਡ ਕਰਦੇ ਕਰਦੇ ਗਾਹਾਂ ਨੂੰ ਤੁਰੀਦਾ ਹੈ। ਹੁਣ ਇਹ ਪ੍ਰਚਾਰ ਚੱਲ ਰਿਹਾ ਹੈ। ਜਿਉਂ-ਜਿਉਂ ਅਸੀਂ ਜ਼ੋਨ ਵਾਈਜ਼ ਜਾਵਾਂਗੇ ਤੇ ਪਹਿਲਾਂ ਪ੍ਰਚਾਰ ਕਰਾਂਗੇ ਤੇ ਉਧਰ ਦੇ ਜਿਹੜੇ ਹੈ ਉਹ ਇੱਕ ਕਮੇਟੀ ਵੀ ਬਣਾ ਦਿੱਤੀ ਜਾਵੇਗੀ ਜਿਹੜੀ ਜ਼ਿੰਮੇਵਾਰ ਹੋਏਗੀ ਅੱਗੇ ਗਾਹਾਂ ਪ੍ਰਚਾਰ ਕਰਨ ਦੇ ਲਈ। ਤੇ ਉਸ ਤੋਂ ਬਾਅਦ ਅਸੀਂ ਜਿਹੜੇ ਸਕੂਲਾਂ ਕਾਲਜਾਂ ਦੇ ਵਿੱਚ ਵੀ ਜ਼ਰੂਰ ਜਿਹੜੇ ਯੂਨਿਟ ਕ੍ਰੀਏਟ ਕਰਾਂਗੇ, ਕਿਉਂਕਿ ਇੱਕ ਸਮਾਂ ਹੁੰਦਾ ਹੈ ਜਦੋਂ ਰੁਚੀ ਡਿਵੈਲਪ ਹੁੰਦੀ ਹੈ, ਇੱਕ ਨੌਜਵਾਨ ਦੀ ਰੁਚੀ ਡਿਵੈਲਪ ਹੁੰਦੀ ਹੈ। ਸੋ ਉਹ ਰੁਚੀ ਸਹੀ ਡਿਵੈਲਪ ਹੋਏ ਇਹਦੇ ਲਈ ਸਕੂਲਾਂ ਕਾਲਜਾਂ ਦੇ ਵਿੱਚ ਵੀ ਯੂਨਿਟਸ ਕ੍ਰੀਏਟ ਕਰਨੇ। ਲੜਾਈ ਵਾਲਾ ਕੋਈ ਯੂਨਿਟ ਨਹੀਂ ਕ੍ਰੀਏਟ ਹੋਣਾ ਚਾਹੀਦਾ। ਸਿੱਖੀ ਦਾ ਜਿਹੜਾ ਯੂਨਿਟ ਹੈ, ਪੰਥਕ ਯੂਨਿਟ ਜਿਹੜਾ ਹੈ, ਸਿੱਖੀ ਦੀ ਗੱਲ ਕਰਨ ਵਾਲਾ, ਨੌਜਵਾਨਾਂ ਦੀ ਤੇ ਵਿਦਿਆਰਥੀਆਂ ਦੇ ਹੱਕਾਂ ਦੀ ਗੱਲ ਕਰਨ ਵਾਲੇ ਯੂਨਿਟਸ ਜਿਹੜੇ ਆ ਉਹ ਜ਼ਰੂਰ ਅਸੀਂ ਜਿਹੜੇ ਬਣਾਵਾਂਗੇ। ਤੁਸੀਂ ਭਾਈ ਸਾਹਿਬ ਇਹ ਨਹੀਂ ਸਮਝਦੇ ਕਿ ਜਿਵੇਂ ਹੁਣ ਇੱਕ ਗੈਂਗਵਾਰ ਜਿਹੜੀ ਆ ਉਹਦੇ ਵੱਲ ਨੌਜਵਾਨਾਂ ਦਾ ਜਿਹੜਾ ਪ੍ਰਚਲਨ ਜਿਹੜਾ ਕੋਈ ਸਮੇਂ ਤੋਂ ਵਧਿਆ ਆ, ਉਸ ਨੂੰ ਨੌਜਵਾਨਾਂ ਨੂੰ ਸਹੀ ਸੇਧ ਦੇਣ ਵਾਸਤੇ ਜਿਹੜਾ ਵਾ ਉਹ ਫੈਡਰੇਸ਼ਨ ਨੂੰ ਜਿਹੜੇ ਆ ਜਿੱਥੇ ਯਤਨ ਕਰਨੇ ਚਾਹੀਦੇ ਸੀ, ਲੇਕਿਨ ਕੀ ਤੁਸੀਂ ਸਮਝਦੇ ਜੇ ਕਿ ਇਸ ਪਾਸੇ ਵੱਲ ਜਿਹੜਾ ਵਾ ਰਾਜਨੀਤਿਕ ਪਾਰਟੀਆਂ ਜਿਹੜੀਆਂ ਨੇ ਉਹ ਨਹੀਂ ਚਾਹੁੰਦੀਆਂ ਕਿ ਜਿਹੜਾ ਯੂਥ ਹੈ ਉਹ ਇੱਕ ਧਾਰਾ ਦੇ ਵਿੱਚ ਪੁਰਿਆ ਜਾਵੇ? ਕੀ ਤੁਸੀਂ ਇਸ ਨੂੰ ਸਮਝਦੇ ਨਹੀਂ ਕਿ ਰਾਜਨੀਤਿਕ ਪਾਰਟੀਆਂ ਦਾ ਦਬਾਅ ਆ? ਵੇਖੋ ਜੀ, 1995 ਤੋਂ ਬਾਅਦ ਜਦੋਂ ਧੜੇ ਵੀ ਬਣੇ ਨੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ, ਤੇ ਉਹਦੇ ਨਾਲ ਕੋਈ ਫਾਇਦਾ ਨਹੀਂ ਹੋਇਆ ਕਿਉਂਕਿ ਜਦੋਂ ਇੰਨਾ ਵੱਡਾ ਇੱਕ ਵਾਕਾ ਵਾਪਰ ਜਾਵੇ, 1984 ਦਾ ਹੋਇਆ ਹੈ, ਮੰਦਭਾਗੀਆਂ ਘਟਨਾਵਾਂ ਹੋਈਆਂ ਨੇ, ਸ਼ਹੀਦੀਆਂ ਹੋਈਆਂ ਨੇ, ਚਲੋ ਸਾਡੇ ਵੱਡਿਆਂ ਨੇ ਸ਼ਹੀਦੀਆਂ ਦਿੱਤੀਆਂ ਨੇ, ਸਤ ਜਰਨੈਲ ਸਿੰਘ ਨੇ ਵੀ ਦਿੱਤੀਆਂ ਨੇ। ਸੋ ਉਹਦੇ ਨਾਲ ਜੋ ਲਹਿਰ ਫੈਡਰੇਸ਼ਨ ਦੀ ਬਣੀ ਹੋਈ ਸੀ ਉਹਨੂੰ ਥੱਲੇ ਕਰਨ ਦੇ ਲਈ ਸਰਕਾਰ ਨੇ ਜਿਹੜੇ ਯਤਨ ਕੀਤੇ ਆ, ਚਲੋ ਵਿੱਚੋਂ ਹੋਰ ਵੀ ਲੀਡਰਸ਼ਿਪਸ ਨਿਕਲੀਆਂ ਨੇ ਤੇ ਸਮੇਂ-ਸਮੇਂ ਤੇ ਉਹਨਾਂ ਨੇ ਚਲੋ ਕੰਮ ਜਿੰਨਾ ਕਰ ਸਕਦੇ ਸੀ ਉਹਨਾਂ ਨੇ ਜ਼ਰੂਰ ਕੀਤਾ ਹੈ। ਪਰ ਮੈਂ ਸਮਝਦਾ ਹਾਂ
ਕਿ ਇੱਕ ਪਲੇਟਫਾਰਮ ਤੇ ਆ ਕੇ ਜੋ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਕਰ ਸਕਦੀ ਹੈ ਉਹ ਵੱਖਰੇ ਵੱਖਰੇ ਰਹਿ ਕੇ ਨਹੀਂ ਕਰ ਸਕਦੀ। ਸੋ ਉਹ ਆਵਾਜ਼ ਜਿਹੜੀ ਆ ਬੁਲੰਦ ਕਰਨ ਦੇ ਲਈ ਇੱਕ ਪਲੇਟਫਾਰਮ ਤੇ ਆਉਣਾ ਪੈਣਾ। ਦੂਸਰੀ ਗੱਲ ਜਿਹੜੀ ਗੈਂਗ ਵਾਰ ਦੀ ਆਪਾਂ ਗੱਲ ਕਰਦੇ ਆ, ਮੈਂ ਹੁਣੇ ਇੱਧਰ ਬੋਲ ਕੇ ਹਟਿਆ ਕਿ ਜਦੋਂ ਯੂਥ ਦਿਸ਼ਾਹੀਨ ਹੋ ਜਾਂਦਾ ਹੈ, ਕਿਉਂਕਿ ਸਭ ਤੋਂ ਜ਼ਿਆਦਾ ਊਰਜਾ, ਸਭ ਤੋਂ ਪੋਟੈਂਸ਼ੀਅਲ ਜ਼ਿਆਦਾ, ਸਭ ਤੋਂ ਜ਼ਿਆਦਾ ਜਜ਼ਬਾ ਯੂਥ ਦੇ ਵਿੱਚ ਹੁੰਦਾ ਹੈ, ਤੇ ਜਦੋਂ ਉਹਨੂੰ ਦਿਸ਼ਾਹੀਨ ਕਰਕੇ ਨਿੱਜੀ ਮਫਾਦਾਂ ਲਈ ਵਰਤਿਆ ਜਾਂਦਾ ਹੈ ਤਾਂ ਉਦੋਂ ਗੈਂਗਵਾਰ ਹੀ ਹੁੰਦੇ ਨੇ ਤੇ ਉਦੋਂ ਕੌਮ ਦੀ ਚੜ੍ਹਦੀ ਕਲਾ ਨਹੀਂ ਹੋ ਸਕਦੀ। ਭਾਈ ਸਾਹਿਬ, ਹੁਣ ਤੱਕ ਕਿੰਨੇ ਕੁ ਪਿੰਡਾਂ ਵਿੱਚ ਜਾ ਚੁੱਕੇ ਜੇ ਤੇ ਕਿਹੋ ਜਿਹਾ ਹਲਾਰਾ ਮਿਲਿਆ? ਵੇਖੋ, ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਕਿ ਅਸੀਂ ਹੁਣੇ ਪਹਿਲਾ ਕਦਮ ਪੁੱਟਿਆ ਹੈ। ਹੁਣੇ 3-4 ਮੀਟਿੰਗ ਸਾਡੀਆਂ ਹੋ ਗਈਆਂ ਨੇ ਤੇ ਬੜੀ ਸਫਲਤਾਪੂਰਵਕ ਮੀਟਿੰਗਸ ਹੋਈਆਂ ਨੇ। ਮੁੰਡੇ ਜਿਹੜੇ ਨੌਜਵਾਨ ਨੇ ਉਹ ਆਪ ਕਹਿ ਕੇ ਸਾਨੂੰ ਕਹਿ ਰਹੇ ਨੇ ਕਿ ਆਓ ਤੇ ਇੱਧਰ ਪ੍ਰਚਾਰ ਕਰੋ, ਅਸੀਂ ਤੁਹਾਡੇ ਨਾਲ ਜੁੜਨਾ ਚਾਹੁੰਦੇ ਹਾਂ। ਜਿਨ੍ਹਾਂ ਨੂੰ ਪਤਾ ਲੱਗ ਰਿਹਾ ਹੈ, ਵੈਸੇ ਤਾਂ ਜਿਨ੍ਹਾਂ ਨੂੰ ਫੈਡਰੇਸ਼ਨ ਬਾਰੇ ਪਤਾ, ਮੈਂ ਪਹਿਲਾਂ ਵੀ ਬੇਨਤੀ ਕਰ ਚੁੱਕਿਆ ਹਾਂ, ਉਹਨਾਂ ਦੇ ਵਿੱਚ ਤਾਂ ਉਤਸ਼ਾਹ ਹੈ ਹੀ ਹੈ। ਜਿਨ੍ਹਾਂ ਨੂੰ ਗਾਹਾਂ ਪਤਾ ਚੱਲਦਾ ਕਿ ਸਾਡੇ ਕੋਲ ਇੰਨੀ ਵੱਡੀ ਜਥੇਬੰਦੀ ਹੈ ਆਪਣੀ ਆਵਾਜ਼ ਰੱਖਣ ਦੇ ਲਈ, ਨੌਜਵਾਨਾਂ ਨੂੰ ਸਹੀ ਰਾਹ ਤੇ ਪਾਉਣ ਦੇ ਲਈ, ਉਹਨਾਂ ਦੇ ਵਿੱਚ ਵੀ ਬਹੁਤ ਵੱਡਾ ਜਿਹੜਾ ਉਤਸ਼ਾਹ ਵੇਖਣ ਨੂੰ ਮਿਲ ਰਿਹਾ। ਸੰਗਠਨਾਤਮਕ ਢਾਂਚਾ ਜਿਹੜਾ ਆ ਉਹ ਗਠਨ ਹੋ ਗਿਆ ਹੈ ਉਹਦਾ, ਤੇ ਕਦੋਂ ਤੱਕ ਨਿਯੁਕਤੀਆਂ ਜਿਹੜੀਆਂ ਉਹ ਕਰਨੀਆਂ ਸ਼ੁਰੂ ਕਰ ਦਿੱਤੀਆਂ ਜਾਣਗੀਆਂ? ਦੇਖੋ ਜੀ, ਇਹ ਹਰ ਸਾਲ ਜਿਹੜਾ ਆ ਸਤੰਬਰ ਦੇ ਵਿੱਚ ਜਰਨਲ ਇਜਲਾਸ ਜਿਹੜਾ ਸੱਦਿਆ ਜਾਂਦਾ ਹੈ, ਉਸੇ ਤਰ੍ਹਾਂ ਇਸ ਸਾਲ ਵੀ ਸੱਦਿਆ ਜਾਏਗਾ, ਜਿਹਦੇ ਵਿੱਚ ਇੱਕ ਸਿਸਟਮੈਟਿਕ ਤਰੀਕੇ ਦੇ ਨਾਲ ਯੋਗ ਅਗਵਾਈਆਂ ਜਿਹੜੀਆਂ ਦਿੱਤੀਆਂ ਜਾਣਗੀਆਂ। ਜੇ ਇੱਕ ਯੋਗ ਨੌਜਵਾਨਾਂ ਨੂੰ ਦੇਖ ਕੇ ਉਹਨਾਂ ਨੂੰ ਉਹਨਾਂ ਦੀ ਕਾਬਲੀਅਤ ਦੇ ਹਿਸਾਬ ਦੇ ਨਾਲ, ਮੈਂ ਸਮਝਦਾ ਹਾਂ ਕਿ ਜਦੋਂ ਯੋਗ ਇੱਕ ਕਾਬਿਲ ਨੌਜਵਾਨ ਅੱਗੇ ਆ ਕੇ ਤੇ ਨੌਜਵਾਨੀ ਦੀ ਗਾਂ ਹੋਰ ਜਵਾਨਾਂ ਦੀ ਅਗਵਾਈ ਕਰੇਗਾ ਤੇ ਇੱਕ ਲੈਵਲ ਬਣ ਜਾਂਦਾ ਹੈ ਅੰਡਰਸਟੈਂਡਿੰਗ ਦਾ। ਕਿਉਂਕਿ ਜਿੱਧਰ ਇੱਕ ਏਜ ਗਰੁੱਪ ਨੇ ਇੱਕ ਦੂਸਰੇ ਦੀ ਗੱਲ ਸੁਣ ਲੈਣੀ ਆ, ਥੋੜੇ ਜਨਰੇਸ਼ਨ ਗੈਪ ਹੋਣ ਦੇ ਕਾਰਨ ਜਾਂ ਹੋਰ ਵੀ ਕਈ ਮਸਲੇ ਹੋ ਜਾਂਦੇ ਨੇ ਜਿਨ੍ਹਾਂ ਕਾਰਨ ਉਹ ਬੌਂਡਿੰਗ ਨਹੀਂ ਬਣ ਸਕਦੀ। ਜੋ ਜਵਾਨ ਨੇ ਜਵਾਨ ਨਾਲ ਗੱਲ ਕਰ ਲੈਣੀ ਆ, ਸੋ ਅਸੀਂ ਜ਼ਰੂਰ ਬਣਾਵਾਂਗੇ। ਇੱਕ ਖਾਸ ਜਿਹੜਾ ਵਾ ਉਹ ਐਲੀਗੇਸ਼ਨ ਲੱਗਦਾ ਹੈ ਕਿ ਕਿਸੇ ਜਿਹੜੀਆਂ ਫੈਡਰੇਸ਼ਨਾਂ ਨੇ ਇਹ ਕਿਸੇ ਰਾਜਨੀਤਿਕ ਪਾਰਟੀ ਦੇ ਖਾਸ ਦੇ ਨਾਲ ਜਦੋਂ ਜੁੜ ਜਾਂਦੀਆਂ ਨੇ, ਉਹ ਜਿਹੜਾ ਵਾ ਉਦੋਂ ਜਿਹੜਾ ਫੈਡਰੇਸ਼ਨਾਂ ਜਿਹੜੀਆਂ ਜਾਂ ਤਾਂ ਟੁੱਟ ਜਾਂਦੀਆਂ ਨੇ ਜਾਂ ਨਿਗਾਰ ਆਉਣਾ ਸ਼ੁਰੂ ਹੋ ਜਾਂਦਾ ਹੈ। ਕੀ ਤੁਸੀਂ ਜਿਹੜਾ ਵਾ ਇਸ ਮਾਮਲੇ ਨੂੰ ਲੈ ਕੇ ਕਿਹੋ ਜਿਹਾ ਕਦਮ ਲੈ ਕੇ ਜਿਹੜਾ ਮਿਸ਼ਨ ਲੈ ਕੇ ਚੱਲੋਗੇ? ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਇੱਕ ਸੁਤੰਤਰ ਆਰਗੇਨਾਈਜੇਸ਼ਨ ਹੈ। ਇਹ ਨੌਜਵਾਨਾਂ ਦੀ ਜਥੇਬੰਦੀ ਹੈ, ਇਹ ਇੱਕ ਪੰਥਕ ਜਥੇਬੰਦੀ ਹੈ ਤੇ ਕਿਸੇ ਵੀ ਪਾਰਟੀ ਦੇ ਅਧੀਨ ਨਹੀਂ ਆਉਂਦੀ। ਸੋ ਅਸੀਂ ਇਸੇ ਮੁੱਦੇ ਨੂੰ ਗਾਹਾਂ ਲੈ ਕੇ, ਇਸੇ ਸੰਕਲਪ ਦੇ ਨਾਲ ਗਾਹਾਂ ਜਾ ਕੇ ਤੇ ਪੰਥਕ ਇੱਕ ਲਹਿਰ ਖੜੀ ਕਰਨਾ ਚਾਹੁੰਦੇ ਨੌਜਵਾਨਾਂ ਦੇ ਵਿੱਚ। ਇਹ ਸਨ ਜੀ ਭਾਈ ਕੰਵਰਚੰਦ ਸਿੰਘ, ਜਿਹੜੇ ਇੱਕ ਉਦੇਸ਼ ਲੈ ਕੇ ਚੱਲੇ ਨੇ ਕਿ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਨੂੰ ਮੁੜ ਤੋਂ ਜਿਹੜਾ ਵਾ ਉਹ ਸਰਜੀਤ ਕਰਕੇ ਨੌਜਵਾਨਾਂ ਨੂੰ ਉਹ ਨਵੀਂ ਦਿਸ਼ਾ ਦੇਣਗੇ। ਗਰਾਊਂਡ ਰਿਪੋਰਟ ਟੀਵੀ ਨਿਊਜ਼ ਇੰਡੀਆ ਲਈ ਕੈਮਰਾਮੈਨ ਹਰਵਿੰਦਰ ਸਿੰਘ ਭਾਟੀਆ ਦੇ ਨਾਲ ਪਿਸ਼ੌਰਾ ਸਿੰਘ ਪੰਨੋ ਦੇ ਪਿੰਡ ਪੂਲਾ ਜ਼ਿਲ੍ਹਾ ਤਰਨਤਾਰਨ ਤੋਂ ਇਹ ਰਿਪੋਰਟ।